Hello my future birds! Welcome back to my channel. ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 10th PSCB ਦਾ ਚੈਪਟਰ ਨੰਬਰ 6 ਮਿਨਰਲ ਐਂਡ એનર્ਜੀ ਰਿਸੋਰਸਸ ਪਾਰਟ 2। ਸੋ ਸਟਾਰਟ ਕਰਦੇ ਹਾਂ। ਇਹਦੇ ਵਿੱਚ ਅੱਜ ਆਪਾਂ ਜੋ ਟੌਪਿਕ ਕਰਨਾ ਹੈ ਉਹ ਹੈ ਸੋਰਸਿਸ ਆਫ એનર્ਜੀ। ਸੋ ਸਟਾਰਟ ਕਰਦੇ ਹਾਂ। ਆਪਣੇ ਕੋਲ 3 ਮੇਜਰ ਸੋਰਸ એનર્ਜੀ ਦੇ ਕੋਲ ਯਾਨੀ ਕੋਲਾ, ਮਿਨਰਲ ਆਇਲ यानी खनिज तेल ते हाइड्रो इलैक्ट्रिक पावर्स। ਜਿਹੜਾ फोर्थ सोर्स ऑफ एनर्जी है वो ਕਿਹੜਾ ਹੈ? न्यूक्लियर पावर। नैक्सट है कोल। सो कोल ਨੂੰ ਆਪਾਂ ਡੀਪਲੀ ਪੜ੍ਹਨਾ ਹੈ। ਜਿਹੜਾ ਕੋਲ ਹੈ ਉਹ ਇੱਕ ਮੋਸਟ ਇੰਪੋਰਟੈਂਟ ਇੰਡਸਟਰੀਅਲ ਫਿਊਲ ਹੈ ਜਿਹੜਾ ਅੱਜ ਤੱਕ ਪ੍ਰੈਜ਼ੈਂਟ ਹੈ, ਯਾਨੀ ਇੰਡਸਟਰੀਜ਼ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਫਿਊਲ ਦੀ ਤਰ੍ਹਾਂ ਦਾ ਯੂਜ਼ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ it is used as an important raw material in iron and steel and chemical industries। ਜੇ ਆਪਾਂ ਆਇਰਨ ਤੇ ਸਟੀਲ ਤੇ ਕੈਮੀਕਲ ਇੰਡਸਟਰੀਜ਼ ਦੀ ਗੱਲ ਕਰੀਏ ਤਾਂ ਉਹਨਾਂ ਇੰਡਸਟਰੀਜ਼ ਦੇ ਵਿੱਚ ਕੱਚੇ ਮਾਲ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਸਿੱਧ ਹੋਇਆ ਹੈ, ਪ੍ਰੂਵ ਹੋਇਆ ਹੈ। 60% ਜਿਹੜਾ ਟੋਟਲ ਕਾਰਬਨ ਦੀ ਡਿਮਾਂਡ ਹੈ, ਕਾਰਬੋਨਿਕ ਡਿਮਾਂਡ ਹੈ ਸਾਰੀ ਕੰਟਰੀ ਦੇ ਵਿੱਚ, ਉਹ ਕੋਲੇ ਤੋਂ ਜਾਂ ਕੋਲ ਤੋਂ ਫੁੱਲਫਿਲ ਹੁੰਦੀ ਹੈ, ਯਾਨੀ ਪੂਰੀ ਹੁੰਦੀ ਹੈ। ਤੇ ਲਿਗਨਾਈਟ ਤੋਂ, ਲਿਗਨਾਈਟ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਕੋਲ ਜਿਹੜਾ ਹੈ ਮੋਸਟ ਐਕਸਟੈਂਸਿਵ ਹੈ ਸਾਰੇ ਮਿਨਰਲ ਰਿਜ਼ਰਵਸ ਦੇ ਵਿੱਚੋਂ। ਆਪਣੀ ਜਿਹੜੀ ਕੰਟਰੀ ਹੈ ਉਹ ਜਿਹੜੇ ਪਹਿਲੇ 3 ਲਾਰਜੈਸਟ ਕੋਲ ਪ੍ਰੋਡਿਊਸਿੰਗ ਕੰਟਰੀ ਹੈ ਵਰਲਡ ਦੇ ਵਿੱਚੋਂ, ਉਸ ਤੋਂ ਬਾਅਦ ਆਉਂਦੀ ਹੈ ਚਾਈਨਾ, ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਇਹ 2 ਕੰਟਰੀਜ਼ ਨੇ ਜਿਹੜੀ ਇੰਡੀਆ ਤੋਂ ਅੱਗੇ ਚੱਲ ਰਹੀਆਂ ਨੇ। ਨੈਕਸਟ ਹੈ ਜੇ ਆਪਾਂ ਗੱਲ ਕਰੀਏ ਸਾਰੇ ਕੋਲ ਰਿਜ਼ਰਵਸ ਦੀ ਕੰਟਰੀ ਦੇ ਵਿੱਚ ਤਾਂ ਆਲਮੋਸਟ ਉਹ ਕਿੱਥੇ ਪਾਇਆ ਜਾਂਦਾ? ਸਾਰਾ ਦਾ ਸਾਰਾ ਸਾਊਥ ਇੰਡੀਅਨ ਰੌਕਸ ਦੇ ਵਿੱਚ, ਜੋ ਕਿ ਗੋਂਡਵਾਨਾ ਏਜ ਤੱਕ ਦੇ ਟਾਈਮ ਨੂੰ ਬਿਲੋਂਗ ਕਰਦੀਆਂ ਨੇ। ਇੱਕ ਐਗਜ਼ਾਮੀਨੇਸ਼ਨ ਹੋਇਆ ਸੀਗਾ ਆਫ ਦ ਡਿਸਟਰੀਬਿਊਸ਼ਨ ਆਫ ਕੋਲ ਰਿਜ਼ਰਵਸ ਜਿਹੜੇ ਨੇ ਇੰਡੀਆ ਦੇ ਵਿੱਚ, ਤਾਂ ਉਹ 'ਚੋਂ ਇੱਕ ਚੀਜ਼ ਰਿਵੀਲ ਹੋਈ ਹੈ, ਪਤਾ ਲੱਗਿਆ ਕਿ ਜਿਹੜਾ ਟੋਟਲ ਕੋਲ ਰਿਜ਼ਰਵ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਹੈ ਉਹਦੇ ਵਿੱਚੋਂ ਜੇ ਆਪਾਂ ਉਹਦੇ 4 ਹਿੱਸੇ ਕਰੀਏ ਤਾਂ ਜਿਹੜਾ 3/4 ਹਿੱਸਾ ਉਹ ਕਿਹਦੇ ਵਿੱਚ ਹੈ? ਦਮੋਦਰ ਵੈਲੀ ਰੀਜਨ ਦੇ ਵਿੱਚ। ਨੈਕਸਟ ਹੈ ਦ ਮੇਜਰ ਕੋਲ ਏਰੀਆਜ਼ ਜਿਹੜੇ ਬਾਕੀ ਹੈਗੇ ਨੇ ਉਹ ਇਹ ਵਾਲੇ ਸਾਰੇ ਨੇ, ਰਾਣੀਗੰਜ ਹੋ ਗਿਆ, ਝਰੀਆ, ਗਿਰੀਦੀਹ, ਬੋਕਾਰੋ ਅਤੇ ਕਰਮਪੁਰਾ। ਇਹ ਜਿਹੜੇ ਸਾਰੇ ਏਰੀਆਜ਼ ਦੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਵਿੱਚ ਆਉਂਦੇ ਨੇ। ਆਵਲਾ ਮੈਪ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਰਿਵਾਈਜ਼। ਨੈਕਸਟ ਹੈ ਬਹੁਤ ਸਾਰੇ ਏਰੀਆਜ਼ ਹੋਰ ਦਿੱਤੇ ਗਏ ਇੱਥੇ ਕੋਲ ਦੇ, ਤੁਸੀਂ ਉਹਨਾਂ ਨੂੰ ਰੀਡ ਕਰ ਸਕਦੇ ਹੋ। ਨੈਕਸਟ ਆਉਂਦੇ ਆਪਣੇ ਕੋਲ ਇੰਡੀਪੈਂਡੈਂਸ ਤੋਂ। ਜੇ ਆਪਾਂ ਬਾਅਦ ਦੀ ਗੱਲ ਕਰੀਏ ਆਫਟਰ ਇੰਡੀਪੈਂਡੈਂਸ ਜਿਹੜੀ ਕੋਲ ਮਾਈਨਿੰਗ ਇੰਡਸਟਰੀਜ਼ ਸੀਗੀਆਂ ਉਹਨਾਂ ਨੂੰ ਨੈਸ਼ਨਲਾਈਜ਼ ਕਰ ਲਿਆ ਗਿਆ। ਇਟ ਵਾਜ਼ ਡਨ, ਇਹ ਕਿਉਂ ਕੀਤਾ ਗਿਆ ਸੀ? ਤਾਂ ਕਿ ਜਿਹੜੇ ਮਾਈਨਿੰਗ ਵਰਕਰਸ ਹੈ ਉਹਨਾਂ ਨੂੰ ਐਕਸਪਲੋਇਟੇਸ਼ਨ ਤੋਂ ਬਚਾਇਆ ਜਾ ਸਕੇ ਅਤੇ ਜਿਹੜੇ ਮਾਈਨਸ ਹੈ ਖਾਨਾਂ ਨੇ ਉਹਨਾਂ ਨੂੰ ਮੈਨੇਜ ਕੀਤਾ ਜਾ ਸਕੇ ਇੱਕ ਪਲੈਨਡ ਮੈਨਰ ਦੇ ਵਿੱਚ, ਤਾਂ ਕਿ ਜਿਹੜਾ ਇਨਵਾਇਰਮੈਂਟ ਹੈ ਇਹ ਵਾਲੇ ਸਾਰੇ ਰੀਜਨਸ ਦਾ ਉਹਨੂੰ ਬਚਾਇਆ ਜਾ ਸਕੇ। ਜਿਹੜਾ ਮੇਨ ਕੋਲ ਰੀਜਨ ਹੈ ਕੰਟਰੀ ਦਾ ਉਹ ਸਾਰੇ ਦਿੱਤੇ ਹੋਏ ਆਪਾਂ ਨੂੰ, ਤੁਸੀਂ ਇਹਨਾਂ ਨੂੰ ਰੀਡ ਕਰ ਸਕਦੇ ਹੋ ਆਪਣੀ ਬੁੱਕ ਦੇ ਵਿੱਚੋਂ। ਨੈਕਸਟ ਹੈ ਜਿਹੜਾ ਟੋਟਲ ਕੋਲ ਰਿਜ਼ਰਵ ਹੈ ਆਪਣੇ ਕੰਟਰੀ ਦਾ ਉਹ ਕਿੰਨਾ ਐਸਟੀਮੇਟ ਕੀਤਾ ਗਿਆ? 72.90 ਕਰੋੜ ਟਨਸ, ਜਿਹਦੇ ਵਿੱਚੋਂ ਨੋਨ ਕੋਕਿੰਗ ਕੋਲ ਜਿਹੜਾ ਹੈ ਉਹ ਕੋਕਿੰਗ ਕੋਲ ਤੋਂ ਜ਼ਿਆਦਾ ਹੈ। ਅਕੋਰਡਿੰਗ ਟੂ ਅ ਨਿਊਜ਼ ਆਈਟਮ ਜਨਵਰੀ 1 ਜਾਂ ਜਨਵਰੀ 1 1997 ਜਿਹੜਾ ਟੋਟਲ ਕੋਲ ਰਿਜ਼ਰਵ ਸੀ ਇੰਡੀਆ ਦਾ ਉਹ ਕਿੰਨਾ ਸੀ? 20,465.3 ਕਰੋੜ ਟਨਸ। ਜਿਹੜੀ CIL ਹੈ ਦ ਕੋਇਲ ਇੰਡੀਆ ਲਿਮਿਟਡ, ਇਟ ਇਜ਼ ਅ ਗੌਰਮੈਂਟ ਔਰਗਨਾਈਜੇਸ਼ਨ ਹੈ, ਇੱਕ ਗੌਰਮੈਂਟ ਔਰਗਨਾਈਜੇਸ਼ਨ ਹੈ ਜੋ ਕਿ ਰਿਸਪੋਂਸੀਬਲ ਹੈ ਕੋਲ ਦੀ ਸਾਰੀ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਦੇ ਲਈ। ਦਿਸ ਇਜ਼ ਦ ਸੈਕਿੰਡ ਲਾਰਜੈਸਟ ਔਰਗਨਾਈਜੇਸ਼ਨ ਇਨ ਦ ਵਰਲਡ, ਦੂਜੀ ਲਾਰਜੈਸਟ ਔਰਗਨਾਈਜੇਸ਼ਨ ਹੈ ਵਰਲਡ ਦੇ ਵਿੱਚੋਂ, ਜਿਹਦੇ ਵਿੱਚ 6.64 ਲੱਖ ਵਰਕਰਸ ਨੂੰ ਰੁਜ਼ਗਾਰ ਮਿਲਦਾ, ਐਮਪਲੋਇਮੈਂਟ ਮਿਲਦੀ ਹੈ। ਕੋਲ ਜਿਹੜਾ ਹੈ ਪ੍ਰੂਵ ਹੋਇਆ ਹੈ ਕਿ ਵੈਰੀ ਯੂਜ਼ਫੁਲ ਹੈ, ਯਾਨੀ ਬਹੁਤ ਜ਼ਿਆਦਾ ਹੈਲਪਫੁਲ ਯੂਜ਼ਫੁਲ ਹੈ ਇਲੈਕਟ੍ਰੀਸਿਟੀ ਅਤੇ ਗੈਸ ਨੂੰ ਜਨਰੇਟ ਕਰਨ ਦੇ ਵਿੱਚ। ਜੇ ਆਪਾਂ ਥਰਮਲ ਪਲਾਂਟਸ ਦੀ ਗੱਲ ਕਰੀਏ ਤਾਂ ਸਾਰੇ ਕੋਲ ਦੀ ਵਜ੍ਹਾ ਨਾਲ ਹੀ ਕੰਟਰੀ ਦੇ ਵਿੱਚ ਓਪਰੇਟ ਹੁੰਦੇ ਨੇ। ਇਹ ਕਿਹਦੇ ਵਿੱਚ ਹੈਲਪ ਕਰਦਾ ਹੈ? ਇੰਡਸਟਰੀਜ਼ ਦੀ ਡੀਸੈਂਟਰਲਾਈਜੇਸ਼ਨ ਦੇ ਵਿੱਚ, ਅਤੇ ਜਿਹੜੀ ਵੀ ਟਰਾਂਸਪੋਰਟੇਸ਼ਨ ਕੋਸਟ ਨੂੰ ਸੇਵ ਕਰਦਾ ਹੈ। ਜੇ ਆਪਾਂ ਗੱਲ ਕਰੀਏ ਪ੍ਰੋਡਕਸ਼ਨ ਦੀ ਕੋਲ ਦੀ, ਉਹ ਕਾਫੀ ਇੰਕਰੀਜ਼ ਹੋਈ ਹੈ ਰੈਪਿਡਲੀ ਇੰਡੀਪੈਂਡੈਂਸ ਤੋਂ ਬਾਅਦ। ਜਿਹੜੀ ਪ੍ਰੋਡਕਸ਼ਨ ਹੈ 32.8 ਮਿਲੀਅਨ ਟਨਸ ਕਦੋਂ ਸੀ? 1950 to 51 ਦੇ ਵਿੱਚ। ਉਹ ਇੰਕਰੀਜ਼ ਹੋ ਕੇ ਕਿੰਨੀ ਹੋ ਗਈ? 1980 to 81 ਦੇ ਵਿੱਚ
113.9 ਮਿਲੀਅਨ ਟਨਸ। ਨੈਕਸਟ ਹੈ ਜੇ ਆਪਾਂ ਗੱਲ ਕਰੀਏ 1989 to 90 ਦੀ ਤਾਂ ਇਹ ਕਿੰਨੀ ਹੋ ਗਈ 200.01 ਮਿਲੀਅਨ ਟਨਸ। ਦੈਨ ਇੱਕ 1997 to 98 ਦੇ ਵਿੱਚ ਕਿੰਨੀ ਹੋ ਗਈ 296 ਮਿਲੀਅਨ ਟਨਸ। ਸੋ ਇਸ ਟਾਈਮ ਦੀ ਜਿਹੜੀ ਕੰਜ਼ੰਪਸ਼ਨ ਹੈ ਕੋਇਲ ਦੀ ਉਹ ਵੀ ਇੰਕਰੀਜ਼ ਹੋਈ। ਆਫਟਰ 1991 ਤੋਂ ਬਾਅਦ ਜਿਹੜੀ ਪ੍ਰੋਡਕਸ਼ਨ ਹੈ ਉਹ ਇੰਕਰੀਜ਼ ਹੋਈ ਬਾਈ ਚੇਂਜਿੰਗ ਦ ਇਕਨੋਮਿਕ ਪੋਲਿਸੀ ਆਫ ਦ ਕੰਟਰੀ। ਯਾਨੀ ਉਹਨੇ ਨਾਲ ਦੇ ਨਾਲ ਇਕਨੋਮਿਕ ਪੋਲਿਸੀ ਜਿਹੜੀ ਕੰਟਰੀ ਦੀ ਆ ਉਹਨੂੰ ਵੀ ਚੇਂਜ ਕਰਤਾ ਅਤੇ ਇਨਕਰੇਜ ਕੀਤਾ ਤਾਂ ਕਿ ਜਿਹੜੀ ਮਾਈਨਿੰਗ ਇੰਡਸਟਰੀ ਆ ਉਹਦੇ ਵਿੱਚ ਫੋਰਨਸ ਇਨਵੈਸਟ ਕਰਨ। ਨੈਕਸਟ ਹੈ ਲਿਗਨਾਈਟ। ਲਿਗਨਾਈਟ ਇੱਕ ਪੂਰੈਸਟ ਫੋਰਮ ਹੈ ਕੋਲ ਦੀ ਜਿਹਨੂੰ ਆਪਾਂ ਬਰਾਊਨ ਕੋਲ ਵੀ ਕਹਿੰਦੇ ਹਾਂ ਜਾਂ ਭੂਰਾ ਕੋਲਾ ਵੀ ਕਹਿੰਦੇ ਹਾਂ। ਇਹਦੀ ਟੋਟਲ ਰਿਜ਼ਰਵਸ ਕੰਪੈਰੇਟਿਵਲੀ ਲੈਸ ਹੈ। ਜੇ ਆਪਾਂ ਦੇਖੀਏ ਕਿ ਕਿੰਨੀ ਐਸਟੀਮੇਟ ਕੀਤੀ ਗਈ ਹੈ 27.5 ਮਿਲੀਅਨ ਟਨਸ। ਇਹਦਾ ਜਿਹੜਾ ਮੇਜਰ ਯਾਨੀ ਜ਼ਿਆਦਾਤਰ ਪਾਰਟ ਹੈ ਜੇ ਆਪਾਂ 90% ਤੱਕ ਦੀ ਗੱਲ ਕਰ ਰਹੀਏ ਤਾਂ ਉਹ ਸਾਰਾ ਤਮਿਲਨਾਡੂ ਦੇ ਵਿੱਚ ਨੇਵਲੀ ਅਤੇ ਉਹਦੇ ਜਿਹੜੇ ਸਰਾਊਂਡਿੰਗ ਰੀਜਨਸ ਹੈ ਉੱਥੇ ਪਾਇਆ ਜਾਂਦਾ ਹੈ। ਪੂਰੀ ਜਿਹੜੀ ਐਂਟਾਇਰ ਸਟੇਟ ਹੈ ਤਾਮਿਲਨਾਡੂ ਉਹਨੂੰ ਬੈਨੀਫਿਟ ਹੁੰਦਾ ਇਸ ਲਾਰਜ ਰਿਜ਼ਰਵ ਤੋਂ ਲਿਗਨਾਈਟ ਦੀ। ਐਜ਼ ਜਿਹੜੀ ਸਟੇਟ ਹੈ ਉਹਨੂੰ ਇਲੈਕਟ੍ਰੀਸਿਟੀ ਮਿਲਦੀ ਹੈ ਕਿਉਂਕਿ ਉੱਥੇ ਨੇਵਲੀ ਦੇ ਵਿੱਚ ਹੀ ਥਰਮਲ ਪਲਾਂਟਸ ਸੈੱਟ ਕੀਤੇ ਗਏ ਨੇ। ਨੈਕਸਟ ਹੈ ਨੀਅਰਲੀ ਜਿਹੜੀ 90% ਟੋਟਲ ਜਿੰਨਾ ਵੀ ਕੋਲ ਇੰਡੀਆ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਉਹਦੇ ਵਿੱਚੋਂ 90% ਜਿਹੜਾ ਹੈ ਉਹ ਥਰਮਲ ਪਾਵਰ ਪਲਾਂਟਸ ਦੇ ਵਿੱਚ ਹੀ ਯੂਜ਼ ਹੁੰਦਾ। ਪੰਜਾਬ ਦੇ ਵਿੱਚ ਕਿੰਨੇ ਥਰਮਲ ਪਾਵਰ ਪਲਾਂਟਸ ਹੈ 3, 2 ਰੋਪੜ ਦੇ ਵਿੱਚ, 1 ਬਠਿੰਡਾ ਟਾਊਨ ਦੇ ਵਿੱਚ। ਨੈਕਸਟ ਹੈ ਵਿਦ ਦਿਸ ਜਿਹੜੀ ਪ੍ਰੋਬਲਮ ਹੈ ਇਲੈਕਟ੍ਰੀਸਿਟੀ ਦੀ ਸ਼ੋਰਟੇਜ ਦੀ ਉਹ ਵੀ ਸੋਲਵ ਹੋ ਗਈ ਹੈ ਕਾਫੀ ਹੱਦ ਤੱਕ। ਬਹੁਤ ਜ਼ਿਆਦਾ ਡਿਮਾਂਡ ਹੈ ਆਇਰਨ ਅਤੇ ਸਟੀਲ ਇੰਡਸਟਰੀਜ਼ ਦੇ ਵਿੱਚ ਕੋਲ ਦੀ। 1/5 ਜਿਹੜੀ ਟੋਟਲ ਪ੍ਰੋਡਕਸ਼ਨ ਹੈ ਕੰਟਰੀ ਦੇ ਵਿੱਚ ਉਹਦੇ ਵਿੱਚੋਂ ਜਿਹੜੀ 1/5 ਹਿੱਸਾ ਹੈ ਉਹ ਕੌਣ ਯੂਜ਼ ਕਰਦਾ ਆਇਰਨ ਅਤੇ ਸਟੀਲ ਇੰਡਸਟਰੀ। ਬਾਕੀ ਦਾ ਜਿਹੜਾ ਰਿਮੇਨਿੰਗ ਪਾਰਟ ਹੈ ਉਹ ਕਿੱਥੇ ਯੂਜ਼ ਹੋ ਜਾਂਦਾ ਹੈ ਬ੍ਰਿਕ ਕਾਇਲਸ ਹੋ ਗਿਆ, ਰੇਲ ਇੰਜਨਸ ਹੋ ਗਏ ਜਾਂ ਫਿਰ ਐਨਰਜੀ ਦੇਣ ਦੇ ਲਈ ਸੀਮੈਂਟ ਅਤੇ ਫਰਟੀਲਾਈਜ਼ਰ ਇੰਡਸਟਰੀਜ਼ ਨੂੰ। ਨੈਕਸਟ ਆਉਂਦਾ ਹੈ ਮਿਨਰਲ ਆਇਲ ਐਂਡ ਨੈਚੁਰਲ ਗੈਸ, ਖਣਿਜ ਤੇਲ। ਨੈਕਸਟ ਹੈ ਕੰਜ਼ੰਪਸ਼ਨ ਜਿਹੜੀ ਹੈ ਮਿਨਰਲ ਆਇਲ ਦੀ ਐਜ਼ ਅ ਸੋਰਸ ਆਫ ਐਨਰਜੀ ਕਾਫੀ ਇਨਕਰੀਜ਼ ਹੋਈ ਹੈ। ਜਿਹੜੀ ਕੰਟਰੀਜ਼ ਹੈ ਇਹ ਮੇਨ ਇੱਕ ਲਾਈਨ ਹੈ ਜਿਹੜੀ ਕੰਟਰੀਜ਼ ਹੈ ਜਿਨ੍ਹਾਂ ਕੋਲ ਵੀ ਬਹੁਤ ਜ਼ਿਆਦਾ ਰਿਜ਼ਰਵਸ ਸੀਗੇ ਮਿਨਰਲ ਆਇਲ ਦੇ ਅੱਜ ਉਹ ਇੱਕ ਕੈਟੇਗਰੀ ਦੇ ਅੰਦਰ ਐਂਟਰ ਕਰ ਚੁੱਕੀਆਂ ਨੇ ਰਿਚ ਕੰਟਰੀਜ਼ ਦੀ। ਕਿਵੇਂ ਆਇਲ ਐਕਸਪੋਰਟ ਕਰਕੇ ਯਾਨੀ ਜਿਹੜੀ ਵੀ ਕੰਟਰੀਜ਼ ਜਿਹਨਾਂ ਕੋਲ ਆਇਲ ਰਿਜ਼ਰਵਸ ਕਾਫੀ ਜ਼ਿਆਦਾ ਸੀ ਉਹ ਹੁਣ ਰਿਚ ਕੰਟਰੀਜ਼ ਬਣ ਗਈਆਂ ਨੇ। ਲਾਈਕ ਮੇਨਲੀ ਜਿਹੜੀ ਕਿਹੜੀਆਂ ਆ ਜਾਂਦੀਆਂ ਨੇ ਵਿੱਚ ਮਿਡਲ ਈਸਟ ਕੰਟਰੀਜ਼ ਆ ਜਾਂਦੀਆਂ ਲਾਈਕ ਯੂਨਾਈਟਿਡ ਅਰਬ ਐਮੀਰੇਟਸ ਹੋ ਗਿਆ, ਕੁਵੈਤ ਹੋ ਗਿਆ, ਬਹਰੀਨ ਹੋ ਗਿਆ, ਈਰਾਨ, ਇਰਾਕ ਐਕਸੈਟਰਾ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਕੋਲ ਵੀ ਬਹੁਤ ਸਾਰੇ ਰਿਜ਼ਰਵਸ ਹੈ ਮਿਨਰਲ ਆਇਲ ਦੇ ਬਟ ਕਮਰਸ਼ੀਅਲੀ ਪ੍ਰੋਡਕਸ਼ਨ ਕਿਸੇ 'ਚੋਂ ਵੀ ਨਹੀਂ ਨਿਕਲਦੀ ਕਿਉਂਕਿ ਬਹੁਤ ਘੱਟ ਹੈਗੀ ਹੈ ਕਮਰਸ਼ੀਅਲੀ ਪ੍ਰੋਡਕਸ਼ਨ ਦੇ ਵਿੱਚ। ਯਾਨੀ ਜਿਹੜੀ ਪੈਸਾ ਕਮਾਉਣ ਦੇ ਲਈ ਪ੍ਰੋਡਕਸ਼ਨ ਹੈ ਉਹ ਨਹੀਂ ਹੋ ਰਹੀ। ਨੈਕਸਟ ਜੇ ਆਪਾਂ ਐਸਟੀਮੇਟ ਦੇ ਅਕੋਰਡਿੰਗ ਗੱਲ ਕਰੀਏ ਜਿਹੜੀ ਆਇਲ ਰਿਜ਼ਰਵ ਹੈ 10 ਲੱਖ ਸਕੁਆਇਰ ਕਿਲੋਮੀਟਰ ਜਿਹੜਾ ਏਰੀਆ ਹੈ ਉਹਦੇ ਵਿੱਚ ਫੈਲੀ ਹੋਈ ਹੈ ਜੋ ਕਿ ਪੂਰੇ ਇੰਡੀਆ ਦੇ ਜੇ ਆਪਾਂ ਏਰੀਆ 'ਚ ਦੇਖੀਏ ਤਾਂ 1/3 ਆਉਂਦਾ। ਇਹ ਜਿਹੜੇ ਆਇਲ ਰਿਜ਼ਰਵਸ ਹੈ ਕਿੱਥੇ ਪਾਏ ਜਾਂਦੇ ਨੇ ਗੰਗਾ ਬ੍ਰਹਮਪੁੱਤਰਾ ਪਲੇਨਸ ਹੋ ਗਏ, ਕੋਸਟਲ ਬੈਲਟਸ ਹੋ ਗਿਆ ਜਾਂ ਕੌਂਟੀਨੈਂਟਲ ਸ਼ੈਲਵਸ ਹੋ ਗਏ, ਗੁਜਰਾਤ ਪਲੇਨਸ ਹੋ ਗਏ, ਥਾਰ ਡੈਜ਼ਰਟ ਹੋ ਗਿਆ, ਅੰਡਮਾਨ ਅਤੇ ਨਿਕੋਬਾਰ ਆਈਲੈਂਡਸ ਹੋ ਗਏ। ਜੇ ਆਪਾਂ ਇੰਡੀਪੈਂਡੈਂਸ ਦੇ ਟਾਈਮ ਦੀ ਗੱਲ ਕਰੀਏ ਆਇਲ ਜਿਹੜਾ ਸਿਰਫ ਅਸਾਮ ਸਟੇਟ ਦੇ ਵਿੱਚ ਹੀ ਐਕਸਟਰੈਕਟ ਹੁੰਦਾ ਸੀਗਾ। ਕਿੱਥੋਂ ਦੀ ਸਟੇਟ ਹੈ ਉਹ ਨਾਰਥ ਈਸਟ ਇੰਡੀਆ ਦੀ। ਬਹੁਤ ਸਮੋਲ ਫੀਲਡ 'ਚੋਂ ਆਇਲ ਐਕਸਟਰੈਕਟ ਕੀਤਾ ਜਾਂਦਾ ਸੀ ਅਤੇ ਇਹ ਇੱਕ ਇਕੱਲਾ ਹੀ ਫੀਲਡ ਸੀ। ਇਹ ਇਕੱਲਾ ਹੀ ਫੀਲਡ ਹੈ ਹੁਣ ਤੱਕ ਜਿਹੜਾ ਲਾਸਟ 100 ਸਾਲਾਂ ਤੋਂ ਕੰਮ ਕਰ ਰਿਹਾ ਹੈ। ਅਤੇ ਦਿਗਬੋਈ ਦੇ ਵਿੱਚ ਉੱਥੇ ਜਿਹੜਾ ਨੇੜੇ ਹੀ ਹੈ ਦਿਗਬੋਈ ਉੱਥੇ ਰਿਫਾਈਨਰੀਜ਼ ਲੋਕੇਟ ਕੀਤੀਆਂ ਗਈਆਂ ਨੇ ਬਿਕੋਜ਼ ਜਿਹੜਾ ਆਇਲ ਹੈ ਉਹ ਰਿਫਾਈਨ ਕੀਤਾ ਜਾਂਦਾ ਐਕਸਪੋਰਟ ਕਰਨ ਤੋਂ ਪਹਿਲਾਂ। ਕਿੱਥੇ ਐਕਸਪੋਰਟ ਕੀਤਾ ਜਾਂਦਾ ਹੈ ਕੰਟਰੀ ਦੇ ਬਾਕੀ ਪਾਰਟਸ ਦੇ ਵਿੱਚ ਪਾਈਪਲਾਈਨ ਦੇ ਥਰੂ। ਨੈਕਸਟ ਹੈ ਜਿਹੜਾ ਮਿਨਰਲ ਆਇਲ ਅਤੇ ਨੈਚੁਰਲ ਗੈਸ ਹੈ ਉਹ ਕਿੱਥੇ ਡਿਸਕਵਰ ਹੋਇਆ ਸੀ ਇਨ ਦ ਪਲੇਸ ਆਫ ਗੁਜਰਾਤ ਐਂਡ ਕੋਸਟਲ ਰੀਜਨਸ। ਗੁਜਰਾਤ ਦਾ ਜਿਹੜਾ ਕੋਸਟਲ ਰੀਜਨ ਹੈ ਅਤੇ ਪਲੇਨਸ ਵਾਲਾ ਹੈ ਇੰਡੀਪੈਂਡੈਂਸ ਤੋਂ ਬਾਅਦ ਹੋਇਆ ਸੀਗਾ। ਆਇਲ ਜਿਹੜਾ ਹੈ ਉਹ ਐਕਸਟਰੈਕਟ ਕੀਤਾ ਜਾਂਦਾ ਹੈ ਇਸ ਰਿਜ਼ਰਵ ਤੋਂ ਐਂਕਲੇਸ਼ਵਰ 'ਤੇ। ਆਫਟਰ ਦਿਸ ਜਿਹੜੀ ਡਿਸਕਵਰੀ ਹੈ ਐਕਸਟੈਂਸਿਵ ਆਫਸ਼ੋਰ ਰਿਜ਼ਰਵਸ 115 ਕਿਲੋਮੀਟਰ ਜਿਹੜਾ ਅਵੇ ਹੈ ਮੁੰਬਈ ਦੀ ਕੋਸਟ ਤੋਂ ਉੱਥੇ ਵੀ ਪਾਈ ਗਈ। ਬੰਬੇ ਹਾਈ ਦੇ ਨਾਮ ਤੋਂ ਇਸ ਰੀਜਨ ਨੂੰ ਜਾਣਿਆ ਜਾਂਦਾ ਹੈ। ਇੱਕ ਸ਼ਿਪ ਸੀ ਸਾਗਰ ਸਮਰਾਟ ਜੋ ਕਿ ਸਪੈਸ਼ਲੀ ਜਾਪਾਨ ਦੇ ਵਿੱਚ ਬਣਾਈ ਗਈ ਸੀ
ਤੇਲ ਨੂੰ ਡਿਸਕਵਰ ਕਰਨ ਦੇ ਲਈ। ਤੇ ਬਹੁਤ ਹੀ ਹਾਰਟਨਿੰਗ ਇੰਸੀਡੈਂਟ ਸੀਗਾ, ਸੁਖਮਈ ਇੰਸੀਡੈਂਟ ਸੀਗਾ, ਕਿਉਂਕਿ ਆਪਾਂ ਨੂੰ ਉੱਥੇ ਬੰਬੇ ਹਾਈ ਦੇ ਵਿੱਚੋਂ ਤੇਲ ਐਕਸਟਰੈਕਟ ਹੋਣ ਲੱਗ ਗਿਆ। ਨੈਕਸਟ ਦਿਸ ਵਾਜ਼ ਅ ਚੈਲੰਜਿੰਗ ਟਾਸਕ, ਜਿਹਦੇ ਵਿੱਚ ਜਿਹੜੀ ਕੰਟਰੀ ਆ ਉਹ ਸਕਸੈਸਫੁਲ ਹੋਈ। ਇਨ ਵਿਊ ਆਫ ਹਿਊਜ ਡਿਮਾਂਡ, ਬਹੁਤ ਸਾਰੀ ਡਿਮਾਂਡ ਨੂੰ ਦੇਖਦੇ ਹੋਏ ਆਇਲ ਐਕਸਪਲੋਰੇਸ਼ਨਸ ਚੱਲ ਰਹੀਆਂ ਨੇ ਨਵੇਂ ਏਰੀਆਜ਼ ਦੇ ਵਿੱਚ ਵੀ, ਲਾਈਕ ਜਿਹੜੇ ਡੀਪ ਸੀ ਏਰੀਆਜ਼ ਹੈ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ ਰਿਵਰਸ ਦੇ ਲਵੇ ਜਿਹੜੇ ਡਲਟਾਈਕ ਕੋਸਟ ਹੈ ਉੱਥੇ ਚੱਲ ਰਹੀ ਹੈ। ਅਸਾਮ ਦੇ ਵਿੱਚ ਦੇਖੀਏ ਤਾਂ ਨਿਊ ਰਿਜ਼ਰਵਸ ਸਟਰਕ ਕੀਤੇ ਗਏ ਨੇ। ਰੀਸੈਂਟਲੀ ਜਿਹੜਾ ਬਹੁਤ ਵੱਡਾ ਆਇਲ ਅਤੇ ਨੈਚੁਰਲ ਗੈਸ ਰਿਜ਼ਰਵ ਹੈ ਉਹ ਡਿਸਕਵਰ ਕੀਤਾ ਗਿਆ ਹੈ ਇੱਕ ਇੰਡੀਅਨ ਪ੍ਰਾਈਵੇਟ ਕੰਪਨੀ ਦੁਆਰਾ, ਰਿਲਾਇੰਸ ਇੰਡਸਟਰੀਜ਼, ਕਿੱਥੇ ਇਨ ਦਾ ਕ੍ਰਿਸ਼ਨਾ ਗੋਦਾਵਰੀ ਬੇਸਿਨ। ਨੈਕਸਟ ਹੈ 1950 to 51 ਦੀ ਗੱਲ ਕਰੀਏ, ਜਿਹੜੀ ਪ੍ਰੋਡਕਸ਼ਨ ਸੀ ਕਰੂਡ ਆਇਲ ਦੀ ਕੰਟਰੀ ਦੇ ਵਿੱਚ ਉਹ 3 ਲੱਖ ਟਨ ਸੀਗੀ। ਨੈਕਸਟ ਜਦੋਂ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਇਨਕਰੀਜ਼ ਹੋਈ ਕਾਫੀ, 1970 to 71 ਦੇ ਵਿੱਚ 68 ਲੱਖ ਹੋ ਗਈ, ਫਿਰ 3.30 ਕਰੋੜ ਹੋ ਗਈ 1990 to 91 ਦੇ ਵਿੱਚ, ਉਸ ਤੋਂ ਬਾਅਦ 3.28 ਕਰੋੜ ਹੋ ਗਈ 1996 to 97 ਦੇ ਵਿੱਚ। ਬਟ 1988 to 89 ਦੇ ਵਿੱਚ ਜਿਹੜੀ ਕਰੂਡ ਆਇਲ ਪ੍ਰੋਡਕਸ਼ਨ ਹੈ ਉਹ ਕਿੰਨੀ ਰਹਿ ਗਈ 3.41 ਕਰੋੜ, ਜਿਹਦੇ ਵਿੱਚੋਂ 3.21 ਕਰੋੜ ਮੈਟ੍ਰਿਕ ਟਨਸ 2020 ਦੇ ਵਿੱਚ ਸੀ। ਨੈਕਸਟ ਹੈ ਸੇਮ ਟਾਈਮ 'ਤੇ ਜਿਹੜੀ ਕੰਜ਼ੰਪਸ਼ਨ ਹੈ ਆਇਲ ਦੀ ਉਹ ਵੀ ਕਾਫੀ ਇੰਕਰੀਜ਼ ਹੋਈ ਹੈ। ਜਿਹੜੀ ਗੌਰਮੈਂਟ ਹੈ ਉਹ ਆਇਲ ਐਕਸਪਲੋਰੇਸ਼ਨ ਨੂੰ ਐਨਕਰੇਜ ਕਰ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਤਾ ਲੱਗੇ ਕਿੱਥੇ ਕਿੱਥੋਂ ਆਇਲ ਐਕਸਟਰੈਕਟ ਹੋ ਸਕਦਾ ਹੈ। ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਗੌਰਮੈਂਟ ਹੈ ਉਹਨੇ ਨਿਊ ਆਇਲ ਡਿਵਲਪਮੈਂਟ ਪ੍ਰੋਜੈਕਟ ਸਟਾਰਟ ਕੀਤੇ ਨੇ 1990 ਤੋਂ। ਇਹ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਦੇ ਵਿੱਚ ਰੀਸੈਂਟਲੀ ਜਿਹੜੇ ਵੀ ਡਿਸਕਵਰ ਹੋਏ ਨੇ ਆਇਲ ਫੀਲਡ ਨੀਲਮ, ਮੁਕਤਾ ਅਤੇ ਪੰਨਾ ਦੇ ਬੰਬੇ ਹਾਈ ਬੇਸਿਨ ਦੇ ਵਿੱਚ, ਉਹਨਾਂ ਦੀ ਡਿਵਲਪਮੈਂਟ ਕਰਦੀ ਹੈ। ਅਤੇ ਜਿਹੜੇ ਬਾਕੀ ਰਿਮੇਨਿੰਗ ਰਿਜ਼ਰਵਸ ਹੈ ਉਹਨਾਂ ਦੀ ਡਿਵਲਪਮੈਂਟ ਜਿਹੜੀ ਹੈ L2 ਹੋ ਗਿਆ, L3 ਹੋ ਗਿਆ ਬੰਬੇ ਹਾਈ ਦੇ, ਉਹ ਵੀ ਕਰਦੀ ਹੈ, ਜਿਹਦੇ ਵਿੱਚ ਕਿੰਨਾ ਖਰਚਾ ਆਇਆ 8000 ਕਰੋੜ ਦਾ। ਨੈਕਸਟ ਹੈ ਟੂ ਇਨਕਰੀਜ਼ ਦਾ ਪੇਸ ਆਫ ਆਇਲ ਐਕਸਪਲੋਰੇਸ਼ਨ, ਜਿਹੜੀ ਗੌਰਮੈਂਟ ਹੈ ਉਹਨੇ ਅਵਾਰਡ ਕੀਤਾ ਬਿਡਸ ਨੂੰ ਆਇਲ ਅਤੇ ਨੈਚੁਰਲ ਗੈਸ ਐਕਸਪਲੋਰੇਸ਼ਨ ਦੇ ਲਈ 72 ਬਲੋਕਸ ਆਫ ਦ ਕੰਟਰੀ, ਜਿਹਦੇ ਵਿੱਚੋਂ 39 ਆਫ ਸ਼ੋਰ ਹੈ ਅਤੇ 33 ਔਨ ਸ਼ੋਰ ਹੈ। ਇਹ ਕਿੱਥੋਂ ਕੀਤੇ ਗਏ ਨੇ ਫਰੋਮ ਫੋਰਨ ਕੰਪਨੀਜ਼। ਇਸ ਤੋਂ ਇਲਾਵਾ ਜਿਹੜੀ 2 ਪ੍ਰੈਜ਼ੈਂਟ ਇੰਡੀਅਨ ਕੰਪਨੀਜ਼ ਹੈ ONGC ਅਤੇ OIL ਨੇ, ਇਹਦੇ ਵਿੱਚ ਇਸ ਤੋਂ ਅੱਗੇ ਆਉਂਦਾ ਜਿਹੜੀ ਸਾਈਮਲਟੇਸਲੀ ਜਿਹੜੀ ਗੌਰਮੈਂਟ ਹੈ ਉਹ ਵੀ ਡਰਿਲਿੰਗ ਕਰ ਰਹੀ ਹੈ ਆਇਲ ਦੀ ਇਨ ਦਾ ਮੀਡੀਅਮ ਐਂਡ ਸਮੋਲ ਸਾਈਜ਼ ਆਇਲ ਫੀਲਡ। ਹਿਊਜ ਅਮਾਊਂਟ ਆਫ ਜਿਹੜਾ ਆਇਲ ਹੈ, ਯਾਨੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਆਇਲ ਹੈ ਉਹ ਇੰਪੋਰਟ ਕੀਤਾ ਜਾਂਦਾ ਹੈ ਫੋਰਨ ਕੰਟਰੀਜ਼ ਤੋਂ, ਤਾਂ ਕਿ ਜਿਹੜੀ ਡੋਮੈਸਟਿਕ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾ ਸਕੇ। 1990 to 91 ਦੀ ਗੱਲ ਕਰੀਏ, ਜਿਹੜੀ ਟੋਟਲ ਪ੍ਰੋਡਕਸ਼ਨ ਹੈ ਕਰੂਡ ਆਇਲ ਦੀ ਅਤੇ ਪੈਟਰੋਲੀਅਮ ਪ੍ਰੋਡਕਟਸ ਦੀ ਉਹ ਕਿੰਨੇ ਸੀ 2.94 ਕਰੋੜ ਟਨਸ, ਫੋਰ ਵਿੱਚ ਜਿਹੜੀ ਕੰਟਰੀ ਹੈ ਉਹਨੂੰ ਕਿੰਨਾ ਪੇ ਕਰਨਾ ਪਿਆ 107 ਬਿਲੀਅਨ ਰੁਪੀਜ਼ ਇਨ ਦ ਫਾਰਮ ਆਫ ਫੋਰਨ ਕਰੰਸੀ। ਜਿਹੜੀ ਕੰਟੀਨਿਊਸ ਗਰੋਥ ਹੈ ਇੰਪੋਰਟ ਆਫ ਪੈਟਰੋਲੀਅਮ ਪ੍ਰੋਡਕਟ ਇੱਕ ਮੈਟਰ ਹੈ ਚਿੰਤਾ ਦਾ। ਕਹਿੰਦੇ ਜਿਹੜੀ ਆਪਾਂ ਇੰਨਾ ਜ਼ਿਆਦਾ ਇੰਪੋਰਟ ਕਰ ਰਹੇ ਹਾਂ ਨਾ ਪੈਟਰੋਲੀਅਮ ਨੂੰ, ਪੈਟਰੋ ਪ੍ਰੋਡਕਟਸ ਨੂੰ, ਇੱਕ ਚਿੰਤਾ ਦਾ ਮੈਟਰ ਹੈ ਬਿਕੋਜ਼ ਆਪਾਂ ਇੰਨੇ ਪੈਸੇ ਦੇ ਰਹੇ ਹਾਂ 107 ਬਿਲੀਅਨ ਰੁਪੀਜ਼। ਨੈਕਸਟ ਹੈ 1996 to 97 ਦੀ ਗੱਲ ਕਰੀਏ, ਜਿਹੜੀ ਇੰਡੀਆ ਹੈ ਉਹਨੂੰ ਇੰਪੋਰਟ ਕਰਨਾ ਪਿਆ 5.41 ਕਰੋੜ ਟਨ ਆਫ ਪੈਟਰੋ ਪ੍ਰੋਡਕਟਸ, ਜੋ ਕਿ ਵਿਚ ਵਾਜ਼ ਇਨਕਰੀਜ਼ ਟੂ ਡਬਲ ਹੋ ਗਿਆ ਸੀ ਲਾਸਟ 5 years ਤੋਂ। ਆਪਾਂ 2019 ਦੀ ਗੱਲ ਕਰੀਏ, ਜਿਹੜੀ ਫਿਗਰ ਹੈ ਉਹ ਕਿੱਥੇ ਸਟੂਡ ਹੋਈ ਸੀ 20 ਕਰੋੜ 53 ਲੱਖ ਟਨ। ਕਰੂਡ ਆਇਲ ਅਤੇ ਪੈਟਰੋਲੀਅਮ ਪ੍ਰੋਡਕਟ ਨੇ ਉਹ ਇੰਪੋਰਟੈਂਟ ਪਲੇਸ ਹੋਲਡ ਕਰਦੇ ਨੇ ਇਨ ਦਾ ਡੈਫੀਸਿਟ ਆਫ ਇੰਪੋਰਟ ਐਂਡ ਐਕਸਪੋਰਟ, ਜਿਹੜਾ ਵੀ ਉੱਥੇ ਘਾਟਾ ਪੈਂਦਾ। ਆਲਮੋਸਟ 82% ਜਿਹੜਾ ਟੋਟਲ ਇੰਪੋਰਟ ਹੈ ਐਕਸਚੇਕਰ ਆਫ ਇੰਡੀਆ ਸਪੈਂਟ ਔਨ ਪੈਟਰੋਲੀਅਮ ਪ੍ਰੋਡਕਟ। ਆਪਣੇ ਜੇ ਗੱਲ ਕਰੀਏ 23 ਆਇਲ ਰਿਫਾਈਨਰੀਜ਼ ਹੈ ਕੰਟਰੀ ਦੇ ਵਿੱਚ ਐਟ ਪ੍ਰੈਜ਼ੈਂਟ, ਵਾਈਲ ਦੀਜ਼ ਵਰ 12 ਸੀਗੀਆਂ ਕਦੋਂ, ਵਿਦ ਅ ਟੋਟਲ ਰਿਫਾਈਨਿੰਗ ਕੈਪੈਸਿਟੀ ਆਫ 5.74 ਕਰੋੜ ਟਨਸ ਪਰ ਐਨਮ ਐਟ ਦ ਐਂਡ ਆਫ 1999। ਕਹਿੰਦੇ ਜੇ ਆਪਾਂ 1999 ਦੀ ਗੱਲ ਕਰੀਏ ਤਾਂ ਉਦੋਂ 12 ਰਿਫਾਈਨਰੀਜ਼ ਸੀ ਆਪਣੇ ਕੋਲ, ਜਿਨ੍ਹਾਂ ਦੀ ਕੈਪੈਸਿਟੀ ਕਿੰਨੀ ਸੀ 5.74 ਕਰੋੜ ਟਨਸ ਪਰ ਐਨਮ, ਜੋ ਕਿ ਹੁਣ 23 ਹੋ ਚੁੱਕੀਆਂ ਨੇ। ਆਪਾਂ ਗੱਲ ਕਰੀਏ ਜੇ ਇੰਕਰੀਜ਼ ਦੀ, ਤਾਂ ਇੰਕਰੀਜ਼ ਕਦੋਂ ਹੋਇਆ ਵਿਦ ਦ ਐਕਸਪੈਂਸ਼ਨ ਆਫ ਦਿਸ ਰਿਫਾਈਨਰੀਜ਼ ਵਿਚ ਇਨਹੈਂਸ ਦ ਕੈਪੈਸਿਟੀ।
ਕਹਿੰਦੇ ਇਹ ਜਿਹੜੀ ਰਿਫਾਈਨਰੀਜ਼ ਹੈ ਇਹਨਾਂ ਨੂੰ ਵੱਡਾ ਕੀਤਾ ਗਿਆ, ਐਕਸਪੈਂਡ ਕੀਤਾ ਗਿਆ, ਜਿਹਦੇ ਨਾਲ ਜਿਹੜੀ ਕੈਪੈਸਿਟੀ ਹੈ ਉਹ ਕਿੰਨੀ ਹੋ ਗਈ 82 to 87 ਲੱਖ ਟਨਸ। ਇਸ ਤੋਂ ਇਲਾਵਾ 4 ਨਿਊ ਰਿਫਾਈਨਰੀਜ਼ ਜਿਨ੍ਹਾਂ ਦੀ ਟੋਟਲ ਕੈਪੈਸਿਟੀ ਕਿੰਨੀ ਸੀ 125 ਲੱਖ ਟਨਸ, ਉਹਨਾਂ ਨੂੰ ਅਪਰੂਵ ਕਰ ਦਿੱਤਾ ਗਿਆ। ਉਹ ਕਿਹੜੀਆਂ ਸੀ? ਕਾਵੇਰੀ ਬੇਸਿਨ ਤਮਿਲਨਾਡੂ ਦੇ ਵਿੱਚ, ਨੁਮਾਲੀਗੜ੍ਹ ਅਸਾਮ ਦੇ ਵਿੱਚ, ਕਰਨਾਲ ਹਰਿਆਣਾ ਦੇ ਵਿੱਚ ਅਤੇ ਮੈਂਗਲੋਰ ਕਰਨਾਟਕਾ ਦੇ ਵਿੱਚ। ਅਤੇ ਜੇ ਆਪਾਂ ਗੌਰਮੈਂਟ ਦੇ ਦੂਸਰੇ ਡਿਸੀਜ਼ਨ ਦੇ ਅਕੋਰਡਿੰਗ ਦੇਖੀਏ 3 ਨਿਊ ਆਇਲ ਰਿਫਾਈਨਰੀਜ਼ ਇਸਟੈਬਲਿਸ਼ ਕੀਤੀਆਂ ਗਈਆਂ ਜਿਨ੍ਹਾਂ ਦੀ ਕੈਪੈਸਿਟੀ ਕਿੰਨੀ ਸੀ 6 ਮਿਲੀਅਨ ਟਨਸ ਦੀ। ਦੀਜ਼ ਹੈਵ ਬੀਨ ਸੈਟ ਅਪ ਇਨ ਈਸਟਰਨ, ਸੈਂਟਰਲ ਅਤੇ ਵੈਸਟਰਨ ਇੰਡੀਆ। ਉਸੇ ਟਾਈਮ 'ਤੇ ਜਿਹੜੀ ਸੈਟਿੰਗ ਅਪ ਰਿਫਾਈਨਰੀ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਹੋਈ। ਆਪਾਂ ਨੈਚੁਰਲ ਗੈਸ 'ਤੇ ਆ ਜਾਂਦੇ ਹਾਂ ਹੁਣ। ਨੈਚੁਰਲ ਗੈਸ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਆਪਣੀ ਲਾਈਫ ਦੇ ਵਿੱਚ। ਇਹਦੇ ਜਿਹੜੇ ਰਿਜ਼ਰਵਸ ਨੇ ਉਹ ਯੂਜੂਅਲੀ ਆਇਲ ਫੀਲਡਸ ਦੇ ਨੇੜੇ ਹੀ ਪਾਏ ਜਾਂਦੇ ਨੇ। ਜਿੱਥੇ ਵੀ ਆਇਲ ਰਿਜ਼ਰਵਸ ਹੁੰਦੇ ਆ ਉੱਥੇ ਨੈਚੁਰਲ ਗੈਸ ਤਾਂ ਪਾਈ ਹੀ ਜਾਂਦੀ ਹੈ, ਬਟ ਇਹ ਇਕੱਲੇ ਵੀ ਪਾਏ ਜਾਂਦੇ। ਇਹ ਨਹੀਂ ਕਿ ਸਿਰਫ ਆਇਲ ਦੇ ਨਾਲ ਵੀ ਪਾਏ ਜਾਂਦੇ, ਸੈਪਰੇਟਲੀ ਵੀ ਪਾਏ ਜਾਂਦੇ ਨੇ। ਉਸ ਸੈਪਰੇਟ ਰੀਜਨ ਨੂੰ ਕਿੱਥੇ ਪਾਇਆ ਗਿਆ ਹੈ? ਤ੍ਰਿਪੁਰਾ ਅਤੇ ਰਾਜਸਥਾਨ ਦੇ ਵਿੱਚ। ਇਸ ਤੋਂ ਇਲਾਵਾ ਆਫਸ਼ੋਰ ਰਿਜ਼ਰਵਸ ਜਿਹੜੇ ਨੈਚੁਰਲ ਗੈਸ ਦੇ ਉਹ ਡੀਪ ਸੀ ਜਿਹੜੇ ਏਰੀਆਜ਼ ਹੈ ਗੁਜਰਾਤ, ਮਹਾਰਾਸ਼ਟਰ, ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਉੱਥੇ ਵੀ ਪਾਏ ਗਏ ਹੈ। ਆਪਾਂ 1980-21 ਦੀ ਗੱਲ ਕਰੀਏ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਨੈਚੁਰਲ ਗੈਸ ਦੀ ਉਹ ਕਿੰਨੀ ਸੀ 235.80 ਕਰੋੜ ਕਿਊਬਿਕ ਮੀਟਰ, ਜੋ ਕਿ 1995 to 96 ਦੇ ਵਿੱਚ ਇੰਕਰੀਜ਼ ਹੋ ਕੇ ਕਿੰਨੀ ਹੋ ਗਈ 2231 ਕਰੋੜ ਕਿਊਬਿਕ ਮੀਟਰਸ। ਅਤੇ ਜਿਹੜੀ ਗੈਸ ਹੈ ਰੈਪਿਡਲੀ ਇੰਕਰੀਜ਼ ਹੋ ਰਹੀ ਹੈ। ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ 1994 to 95 ਅਤੇ 95 to 96 ਇਹ 4 ਸਾਲਾਂ ਦੇ ਵਿੱਚ 15.1% ਗਰੋਥ ਹੋਈ ਪ੍ਰੋਡਕਸ਼ਨ ਦੇ ਵਿੱਚ। ਇਹ ਰਿਕਾਰਡ ਕੀਤਾ ਗਿਆ ਜੋ ਕਿ ਰੋਜ਼ ਹੋ ਗਈ 2411 ਮਿਲੀਅਨ ਕਿਊਬਿਕ ਮੀਟਰ ਇਨ 2019 to 20। ਨੈਕਸਟ ਹੈ ਜਿਹੜੀ ਨੈਚੁਰਲ ਗੈਸ ਹੈ ਇੱਕ ਕਲੀਨ, ਸਾਫ ਸੁਥਰਾ ਅਤੇ ਵਧੀਆ ਸੋਰਸ ਹੈ, ਗੁੱਡ ਸੋਰਸ ਆਫ ਐਨਰਜੀ ਹੈ। ਇਹ ਕਿੱਦਾਂ ਯੂਜ਼ ਕੀਤਾ ਜਾਂਦਾ? ਇਟ ਇਜ਼ ਯੂਜ਼ਡ ਐਜ਼ ਅ ਰॉ ਮਟੀਰੀਅਲ, ਕੱਚੇ ਮਾਲ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਪੈਟਰੋਕੈਮੀਕਲ ਇੰਡਸਟਰੀਜ਼ ਦੇ ਵਿੱਚ। ਜਿਹੜੀ ਇਸਟੈਬਲਿਸ਼ਮੈਂਟ ਹੈ ਪਾਵਰ ਹਾਊਸਿਸ ਦੀ ਉਹ ਨੈਚੁਰਲ ਗੈਸ 'ਤੇ ਜਿਹੜੇ ਬੇਸਡ ਹੁੰਦੇ ਹੈ ਉਹ ਘੱਟ ਟਾਈਮ ਲੈਂਦੇ ਨੇ ਜੇ ਆਪਾਂ ਬਾਕੀ ਸੋਰਸ ਆਫ ਐਨਰਜੀ ਦੇ ਕੰਪੈਰੇਟਿਵਲੀ ਦੇਖੀਏ। ਇਟ ਇਜ਼ ਆਲਸੋ ਹੈਲਪਸ ਇਨ ਇੰਕਰੀਜ਼ਿੰਗ ਦ ਐਗਰੀਕਲਚਰ ਪ੍ਰੋਡਕਸ਼ਨ ਇਨ ਦ ਕੰਟਰੀ। ਨੈਚੁਰਲ ਗੈਸ ਜਿਹੜੇ ਐਗਰੀਕਲਚਰ ਦੀ ਪ੍ਰੋਡਕਸ਼ਨ ਹੈ ਉਹਨੂੰ ਵਧਾਉਣ ਦੇ ਵਿੱਚ ਵੀ ਹੈਲਪ ਕਰਦੀ ਹੈ। ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਇਹ ਫਰਟੀਲਾਈਜ਼ਰ ਦੀ ਮੈਨੂਫੈਕਚਰਿੰਗ ਦੇ ਵਿੱਚ ਵੀ ਹੈਲਪ ਕਰਦੀ ਹੈ, ਯੂਜ਼ ਕੀਤਾ ਜਾਂਦਾ ਹੈ। ਨੈਚੁਰਲ ਗੈਸ ਈਜ਼ੀਲੀ ਟਰਾਂਸਪੋਰਟ ਕੀਤੀ ਜਾ ਸਕਦੀ ਹੈ ਲੌਂਗ ਡਿਸਟੈਂਸਿਸ ਦੇ ਵਿੱਚ ਥਰੂ ਪਾਈਪਲਾਈਨਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਜੇ ਆਪਾਂ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ ਗੈਸ ਕਿੱਥੋਂ ਟਰਾਂਸਪੋਰਟ ਕੀਤੀ ਜਾਂਦੀ ਹੈ? ਮੁੰਬਈ ਅਤੇ ਗੁਜਰਾਤ। ਕਿੱਥੋਂ ਕੀਤੀ ਜਾਂਦੀ ਹੈ? ਮੁੰਬਈ ਅਤੇ ਗੁਜਰਾਤ। ਅਤੇ ਕਿੱਥੇ ਕੀਤੀ ਜਾਂਦੀ ਹੈ? ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼। ਜਿਹੜੀ ਹਜ਼ੀਰਾ ਬੀਜੇਪੁਰ ਜਗਦੀਸ਼ਪੁਰ ਗੈਸ ਪਾਈਪਲਾਈਨ ਹੈ ਉਹ ਕਿੰਨੀ ਲੌਂਗ ਹੈ 730 ਕਿਲੋਮੀਟਰ, ਜਿਹੜੀ ਕਿੱਥੋਂ ਸਟਾਰਟ ਹੁੰਦੀ ਹੈ ਹਜ਼ੀਰਾ ਤੋਂ ਵੈਸਟ ਕੋਸਟ ਤੋਂ ਥਰੂ ਬੀਜੇਪੁਰ ਇਨ ਮੱਧ ਪ੍ਰਦੇਸ਼, ਉਸ ਤੋਂ ਬਾਅਦ ਜਗਦੀਸ਼ਪੁਰ ਇਨ ਯੂਪੀ। ਇਸ ਗੈਸ ਜੇ ਆਪਾਂ ਇਸ ਗੈਸ ਪਾਈਪਲਾਈਨ 'ਤੇ ਦੇਖੀਏ ਤਾਂ ਜਿਹੜੀ ਗੈਸ ਹੈ ਉਹ ਸਪਲਾਈ ਕੀਤੀ ਜਾਂਦੀ ਹੈ 6 ਫਰਟੀਲਾਈਜ਼ਰ ਪਲਾਂਟਸ ਨੂੰ ਅਤੇ 3 ਪਾਵਰ ਪਲਾਂਟਸ ਨੂੰ। ਜਿਹੜੇ ਇੱਕ ਗੌਰਮੈਂਟ ਇੰਸਟੀਟਿਊਸ਼ਨ ਹੈ ਜਿਹਨੂੰ GAIL ਵੀ ਕਿਹਾ ਜਾਂਦਾ ਹੈ, ਗੈਸ ਅਥਾਰਟੀ ਆਫ ਇੰਡੀਆ ਲਿਮਿਟਿਡ, ਉਹਨੂੰ ਇੰਟਰਸਟ ਦਿੱਤਾ ਗਿਆ ਸੀ ਇਸ ਕੰਮ ਦੇ ਲਈ ਇਨ 1984। ਇਹ ਜਿਹੜੀ ਅਥਾਰਟੀ ਹੈ ਸਾਰੀ ਪਲਾਨ ਕਰਦੀ ਹੈ ਅਤੇ ਸਾਰੀ ਕੰਸਟਰਕਸ਼ਨ ਕਰਦੀ ਹੈ ਪਾਈਪਲਾਈਨਸ ਦੀ, ਡਿਸਟਰੀਬਿਊਸ਼ਨ ਕਰਦੀ ਹੈ ਨੈਚੁਰਲ ਗੈਸ ਦੀ। ਇਹਨੂੰ ਇੱਕ ਚੀਜ਼ ਦੀ ਰਿਸਪੋਂਸੀਬਿਲਿਟੀ ਹੋਰ ਮਿਲੀ ਗਈ ਹੈ ਤਾਂ ਕਿ ਜਿਹੜੀ ਨਵੀਂ ਪਾਈਪਲਾਈਨਸ ਹੈ ਉਹਨਾਂ ਨੂੰ ਵੀ ਕੰਸਟਰਕਟ ਕਰ ਸਕਦੀ ਹੈ। ਜਿਹੜੀ ਪਾਈਪਲਾਈਨਸ ਹੁੰਦੀਆਂ ਨੇ ਮੇ ਬੀ ਲੇਡ ਹੋਣਗੀਆਂ ਤਤੀਪੱਕਾ ਕਕੀਨਾਡਾ ਰੀਜਨ ਆਫ ਆਂਧਰਾ ਪ੍ਰਦੇਸ਼ and in Maharashtra and around areas around ਦਿੱਲੀ। ਨੈਕਸਟ ਹੈ ਜਿਹੜੀ ਗੈਸ ਹੈ ਕੁਕਿੰਗ ਦੇ ਲਈ ਯੂਜ਼ ਹੁੰਦੀ ਹੈ ਜਿਹਨੂੰ ਆਪਾਂ LPG ਕਹਿੰਦੇ ਹਾਂ, ਲਿਕੁਇਫਾਈਡ ਪੈਟਰੋਲੀਅਮ ਗੈਸ। ਇਹਦਾ ਜਿਹੜਾ ਯੂਜ਼ ਹੈ ਕੁਕਿੰਗ ਪਰਪਜ਼ ਲਈ ਵਿਲੇਜ ਅਤੇ ਸਿਟੀ ਦੋਨਾਂ ਦੇ ਵਿੱਚ ਹੀ ਇੰਕਰੀਜ਼ ਹੋ ਰਿਹਾ ਹੈ। ਇਹ ਇੱਕ ਫਾਸਟ ਅਤੇ ਕਲੀਨ ਫਿਊਲ ਹੈ। ਇਹਦੀ ਜਿਹੜੀ ਡਿਮਾਂਡ ਹੈ ਡੋਮੈਸਟਿਕ ਫਿਊਲ ਲਈ ਜੇ ਆਪਾਂ ਦੇਖੀਏ ਐਜ਼ ਅ ਡੋਮੈਸਟਿਕ ਫਿਊਲ ਅਤੇ ਦੂਜੀ ਇੰਡਸਟਰੀਜ਼ ਦੇ ਲਈ ਹੈਲਪ ਕਰਦੀ ਹੈ ਜਿਹੜੀ ਆਪਾਂ ਪੇੜਾਂ ਦੀ ਇੰਨੀ ਕਟਾਈ ਕਰ ਰਹੇ ਹਾਂ ਉਹਨੂੰ ਰਿਡਿਊਸ ਕਰਨ ਦੇ ਵਿੱਚ। ਸਿੰਸ ਜੇ ਆਪਾਂ ਗੱਲ ਕਰੀਏ ਇੱਕ ਵਾਈਡ ਗੈਪ ਹੈ ਬਿਟਵੀਨ ਦਾ ਡਿਮਾਂਡ ਜੇ ਆਪਾਂ ਗੱਲ ਕਰੀਏ ਕੁਕਿੰਗ ਗੈਸ ਅਤੇ ਉਹਦੀ ਜਿਹੜੀ ਫੁਲਫਿਲਮੈਂਟ ਹੈ ਡੋਮੈਸਟਿਕ ਸੋਰਸਿਸ ਲਈ। ਮਤਲਬ ਕਹਿਣ ਦਾ ਮਤਲਬ ਹੈ LPG ਆਪਾਂ ਇੰਨੀ ਪ੍ਰੋਡਿਊਸ ਨਹੀਂ ਕਰ ਪਾਉਂਦੇ, ਬਹੁਤ ਜ਼ਿਆਦਾ ਗੈਪ ਪੈ ਜਾਂਦਾ ਡਿਮਾਂਡ ਅਤੇ ਪ੍ਰੋਡਕਸ਼ਨ ਦੇ ਵਿੱਚ, ਤਾਂ ਕਰਕੇ LPG ਨੂੰ ਇੰਪੋਰਟ ਕਰਨਾ ਪੈਂਦਾ ਹੈ। ਇਨ ਦਿਸ ਏਰੀਆ
ਜੇ ਆਪਾਂ GAIL ਦੀ ਗੱਲ ਕਰੀਏ ਤੇ ਜਿਹੜੀ ਦੂਜੀ ਆਰਗੇਨਾਈਜੇਸ਼ਨਸ ਹੈ OIL ਤੇ ONGC ਤੇ IOC ਤੇ HP, ਇਹ ਸਾਰੇ ਵਰਕ ਕਰ ਰਹੇ ਨੇ ਇਸ ਕੰਮ ਦੇ ਲਈ। ਜਿਹੜੀ ਹੁਣ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੀ, ਤਾਂ ਪ੍ਰਾਈਵੇਟ ਇਨਵੈਸਟਮੈਂਟ ਵੀ ਇਸ ਸੈਕਟਰ ਦੇ ਵਿੱਚ ਵੈਲਕਮ ਕੀਤੀ ਜਾਂਦੀ ਹੈ। ਇਹ ਜਿਹੜੀ ਪੋਲਿਸੀ ਹੈ ਇੱਕ ਡਾਇਵਰਸ਼ਨ ਹੈ ਫਰੋਮ ਦ ਕੰਟਰੀਜ਼ ਪੋਲਿਸੀ ਪ੍ਰਾਇਰ ਟੂ 1991। ਪਹਿਲਾਂ ਜਿਹੜੀ ਇੰਡਸਟਰੀ ਸੀ ਪੂਰੀ ਤਰ੍ਹਾਂ ਗੌਰਮੈਂਟ ਦੇ ਅੰਡਰ ਸੀ, ਪਰ ਹੁਣ ਇਹਨੂੰ ਥੋੜ੍ਹਾ ਪ੍ਰਾਈਵੇਟ ਸੈਕਟਰ ਲਈ ਵੀ ਖੋਲ੍ਹ ਦਿੱਤਾ ਗਿਆ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਵੀਡੀਓ ਪਸੰਦ ਆਏ ਤਾਂ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।